Let's student now consider some more important theorem based on Sturm-Liouville's boundary value problem. The first is eigenvalue of Sturm-Liouville boundary value problem are real. Sturm-Liouville boundary value problem ਕੀ ਹੁੰਦੀ ਆ ਸਾਡੇ ਕੋਲ Ly is equal to lambda rxy. Ly ਇੱਕ operator ਆ ਜਿਹਦਾ ਮਤਲਬ ਹੁੰਦਾ ਆ Ly ਕੀ ਹੁੰਦਾ ਆ it is minus px y dash whole dash plus qx into y. So this is the value of Ly and Ly is equal to lambda rxy is the value of Sturm-Liouville boundary value equation under these two conditions. This is the definition. ਹੁਣ ਕਰਨਾ ਕੀ ਹੈ ਅਸੀਂ ਦੱਸਣਾ ਕਿ ਜਿਹੜੀ ਇਹਦੀ ਆਈਗਨ ਵੈਲਿਊ ਜਿਹੜਾ ਲੈਮਡਾ ਆ ਇਹ ਰੀਅਲ ਹੋਏਗਾ ਤਾਂ ਆਪਾਂ ਮੰਨ ਲੈਂਦੇ ਆ ਕਿ ਇਹ ਕੰਪਲੈਕਸ ਆ ਠੀਕ ਹੈ ਉਲਟਾ ਸਪੋਜ਼ ਕਰ ਲੈਂਦੇ ਆ ਇਹ p plus iota ਕਿਉਂ ਕੰਪਲੈਕਸ ਨੰਬਰ ਆ आइगन वैल्यू अगर आइगन वैल्यू तो कॉरस्पॉन्डिंगली कोई ना कोई आइगन फंक्शन भी होएगा तो आप फाई एक्स लै लिया आइगन फंक्शन जेड़ा कि यू एक्स प्लस एओटा वी एक्स लै लेने ठीक है कॉरस्पॉन्डिंग आइगन फंक्शन हुण आइगन फंक्शन मतलब की होंदा है कि सोल्यूशन इक्वेशन दे सोल्यूशन नूं आइगन फंक्शन कहने ना तो ये मतलब हैगा कि y दी वैल्यू है फाई एक्स जेड़ा है सोल्यूशन है गिवन बाउंड्री वैल्यू प्रॉब्लम दा सोल्यूशन है दा मतलब y दी जगह ते अगर आप फाई एक्स पुट कर दिए तो सैटिस्फाई होएगा ठीक है तो हुण आपां की करना है ते y दी जगह ते फाई पुट कर देना फाई एक्स या फाई पुट कर देना और साडे कोल एक होर रिजल्ट है जेड़ा असी इनर प्रोडक्ट तो डेवलप कीता सीगा जेडी क्रॉलरी है लैग्रैंज आइडेंटिटी दी जिस दे अकॉर्डिंगली l फाई कॉमा फाई इनर प्रोडक्ट इज इक्वल टू फाई कॉमा l फाई सो दिस इज यू कैन सी जेडे प्रीवियस साडा लेक्चर सी ओदी क्रॉलरी देखो तो ओदे विच ये रिजल्ट है ओ y दे नाल ਅਸੀਂ ਡਿਵੈਲਪ ਕੀਤਾ ਤੇ y ਦੀ ਜਗ੍ਹਾ ਤੇ 5 ਪੁੱਟ ਕਰ ਦਿੱਤਾ ਹੁਣ l फाई ਦੀ ਵੈਲਿਊ ਕੀ ਹੈ ਜਿੱਦਾਂ l y ਦੀ ਜਗ੍ਹਾ ਤੇ l 5 ਪੁੱਟ ਕਰ ਦੋਗੇ ਤੇ ਇੱਧਰ ਆ ਜਾਏਗਾ lambda rx 5 y ਦੀ ਜਗ੍ਹਾ ਤੇ 5 ਪੁੱਟ ਕਰ ਦੇਣ ਤਾਂ lambda rx 5x ਆ ਗਿਆ ਤੇ comma 5x ਆ ਇੱਧਰ ਵੀ ਦਿਆ 5x ਆ ਗਿਆ l 5 ਦੀ ਵੈਲਿਊ ਫਿਰ ਉਹੀ lambda rx 5x from here ਤੇ ਹੁਣ ਇਨਰ ਪ੍ਰੋਡਕਟ ਦਾ ਮਤਲਬ ਕੀ ਹੁੰਦਾ ਹੈ ਇੰਟੀਗਰਲ 0 to 1 ਪਹਿਲਾ ਜਿਹੜਾ ਫੰਕਸ਼ਨ ਉਹ ਐਜ਼ ਇਟ ਇਜ਼ ਤੇ ਦੂਸਰੇ ਦਾ ਕੰਜੂਗੇਟ ਹੁੰਦਾ ਹੈ ਇੱਧਰ ਵੀ ਪਹਿਲਾ ਫੰਕਸ਼ਨ ਐਜ਼ ਇਟ ਇਜ਼ ਤੇ ਆ ਜਿਹੜਾ ਪੂਰਾ ਫੰਕਸ਼ਨ ਇਹਦਾ ਕੰਜੂਗੇਟ ਆ ਗਿਆ ਹੁਣ ਕੰਜੂਗੇਟ ਦਾ ਮਤਲਬ ਹੁੰਦਾ ਕੰਪਲੈਕਸ ਕੰਜੂਗੇਟ ਜਿਹਦਾ ਆਪਾਂ ਇਵੈਲੂਏਟ ਕਰਦੇ ਲੈਮਡਾ ਨੂੰ ਇਓਟਾ ਲੈਮਡਾ ਮਤਲਬ ਇਓਟਾ ਨੂੰ ਮਾਈਨਸ ਇਓਟਾ ਜਦੋਂ ਆਪਾਂ ਕਨਵਰਟ ਕਰ ਦਈਏ ਤਾਂ ਸਾਡੇ ਕੋਲ ਕੰਜੂਗੇਟ ਆ ਜਾਂਦਾ ਹੈ ਹੁਣ ਆਪਣੇ ਕੋ ਕੀ ਹੈ ਇਹਦੇ ਵਿੱਚ ਇੱਕ ਚੀਜ਼ ਹੋਰ ਦੇਖੋ ਜਦੋਂ ਆਪਾਂ ਇਓਟਾ ਨੂੰ ਮਾਈਨਸ ਇਓਟਾ ਚ ਕਨਵਰਟ ਕਰਦੇ ਕੋਈ ਵੀ ਨੰਬਰ ਹੈ ਮੰਨ ਲਓ z ਆ z ਦੀ ਵੈਲਿਊ ਹੈਗੀ x plus iota y ਜਦੋਂ ਆਪਾਂ ਇਹਦਾ ਕੰਜੂਗੇਟ ਲਿਖਦੇ ਆ ਉਹ ਆ ਜਾਏਗਾ ਸਾਡੇ ਕੋਲ x minus iota y ਜਦੋਂ ਆਪਾਂ ਇੱਕ ਨੰਬਰ ਨੂੰ ਉਹਦੇ ਕੰਜੂਗੇਟ ਨਾਲ ਮਲਟੀਪਲਾਈ ਕਰ ਦਈਏ ਜੇ ਮੰਨ ਲਓ z ਹੈ ਜਿੱਦਾਂ ਨਾ ਉਹਦੇ ਕੰਜੂਗੇਟ ਨਾਲ ਆਪਾਂ ਮਲਟੀਪਲਾਈ ਕਰ ਦਈਏ ਤਾਂ ਇਹਨਾਂ ਦੋਨਾਂ ਦੀ ਪ੍ਰੋਡਕਟ ਕੀ ਆਣੀ ਹੈ ਇਹ ਬਣ ਗਿਆ a plus b into a minus b ਟਾਈਪ ਫਾਰਮੂਲਾ ਜਾਨੀ ਕਿ x ਸਕੁਅਰ ਮਾਈਨਸ iota y ਸਕੁਅਰ iota ਦਾ ਸਕੁਅਰ -1 ਮਾਈਨਸ ਮਾਈਨਸ ਪਲੱਸ ਹੋ ਜਾਣਾ ਇਹ ਬਣ ਗਿਆ x ਸਕੁਅਰ plus y ਸਕੁਅਰ ਕੀ ਇਹ ਮੋਡ ਆਫ z ਦੇ ਬਰਾਬਰ ਨਹੀਂ ਹੈ ਮੋਡ ਆਫ z ਸਕੁਅਰ ਦੇ ਬਰਾਬਰ ਕਿਉਂਕਿ ਮੋਡ ਵੀ ਇਹ ਹੁੰਦਾ ਰੀਅਲ ਪਾਰਟ ਦਾ ਸਕੁਅਰ ਪਲੱਸ ਇਮੇਜਿਨਰੀ ਪਾਰਟ ਦਾ ਸਕੁਅਰ ਦਾ ਅੰਡਰ ਰੂਟ तो मॉड स्केयर हो गया तो ये चीज ਜਿਹੜੀ ਹੈ ਇੰਪੋਰਟੈਂਟ ਰਿਜ਼ਲਟ ਹੈ ਸ਼ਾਇਦ ਤੁਹਾਨੂੰ ਪਤਾ ਹੀ ਹੋਏਗਾ ਪਹਿਲੇ ਕਿ ਕਿਸੇ ਵੀ ਨੰਬਰ ਨੂੰ ਉਹਦੇ ਕੰਜੂਗੇਟ ਨਾਲ ਮਲਟੀਪਲਾਈ ਕਰ ਦਈਏ ਤਾਂ ਮੋਡ ਦਾ ਸਕੁਅਰ ਆ ਜਾਂਦਾ ਤਾਂ ਇੱਥੇ ਵੀ ਸਾਡੇ ਕੋਲ 5x ਹੈ ਇੱਥੇ ਦਾ ਕੰਜੂਗੇਟ ਹੈ ਦੋਨਾਂ ਨੂੰ ਮਲਟੀਪਲਾਈ ਕਰਾਂਗੇ ਤਾਂ 5x ਸਕੁਅਰ ਆ ਜਾਏਗਾ ठीक है सिमिलरली ਇੱਥੇ ਵੀ ਆ 5x ਐਦਾਂ ਹੀ ਇੱਥੇ 5x ਦਾ ਮੋਡ ਆ ਜਾਣਾ ਆ ਕੰਜੂਗੇਟ ਆ ਜਾਣਾ ਤੇ ਕੰਜੂਗੇਟ ਨੂੰ ਜਦੋਂ ਮਲਟੀਪਲਾਈ ਕਰਾਂਗੇ ਤਾਂ 5x ਮੋਡ ਦਾ ਸਕੁਅਰ ਜਿਹੜਾ ਲੈਮਡਾ ਆ ਜਾਂ rx ਆ ਲੈਮਡਾ ਦਾ ਮੋਡ ਆ ਗਿਆ ਜਿਹੜਾ rx ਹੈ ਇਹ ਆਪਾਂ ਜਿਹੜਾ ਸਟਾਰਟਿੰਗ ਜਦੋਂ ਆਪਾਂ ਡਿਫਾਈਨ ਕਰਦੇ ਆ ਨਾ ਬਾਉਂਡਰੀ ਵੈਲਿਊ ਪ੍ਰੋਬਲਮ ਉਹਦੇ ਕਹਿੰਦੇ ਕਿ ਇਹ ਰੀਅਲ ਫੰਕਸ਼ਨ ਹੈ ਜਿਹੜਾ ਰੀਅਲ ਹੋਵੇ ਉਹਦਾ ਕੰਜੂਗੇਟ ਇਟਸੈਲਫ ਦੇ ਬਰਾਬਰ ਹੀ ਹੁੰਦਾ ਹੈ ਤੇ ਆ ਤਾਂ 5x ਇਨਟੂ conjugate of 5x is 5x mod square ਹੁਣ ਆਪਾਂ ਦੇਖੀਏ ਕਿ ਇਹਨਾਂ ਦੋਨੋਂ ਜਿਹੜੇ ਇੰਟੀਗਰਲ ਨੇ ਇੱਕ ਪਾਸੇ ਰੱਖ ਲੈਣੇ ਇਹਨੂੰ ਇੱਧਰ ਸ਼ਿਫਟ ਕਰ ਲਿਆ ਦੋਨੋਂ ਦਾ ਇੰਟੀਗਰਲ ਦਾ ਸਾਈਨ ਕਾਮਨ ਲਗਾ ਲਿਆ ਹੁਣ rx ਇੱਧਰ ਵੀ ਹੈ ਇੱਧਰ ਵੀ rx ਹੈ 5x mod square ਇੱਧਰ ਵੀ ਇਹ ਚੀਜ਼ ਕਾਮਨ ਆ ਜਾਣੀ ਅੰਦਰ ਕੀ ਬਚਿਆ ਆ ਲੈਮਡਾ ਤੇ ਲੈਮਡਾ mod ਇਹਨਾਂ ਦਾ ਡਿਫਰੈਂਸ ਹੋ ਜਾਣਾ ਜਦੋਂ ਆਪਾਂ ਇਸ ਟਰਮ ਨੂੰ ਇੱਧਰ ਸ਼ਿਫਟ ਕਰਨਾ ਹੈ ਤਾਂ ਹੁਣ ਦੇਖੋ ਇਹ ਜਿਹੜਾ ਇੰਟੀਗਰਲ ਇਕੁਅਲ ਟੂ 0 ਹੈ ਹੁਣ ਇੰਟੀਗਰਲ ਇਕੁਅਲ ਟੂ 0 ਹੈ ਇਟ ਮੀਨਸ ਜਤਾ 0 ਹੋਏਗਾ 5x 0 ਨਹੀਂ ਹੈ ਕਿਉਂਕਿ ਆਈਗਨ ਫੰਕਸ਼ਨ ਕਹਿੰਦੇ ਉਹਨੂੰ ਜਿਹੜਾ ਨਾਨ ਜ਼ੀਰੋ ਹੋਵੇ ਨਾਨ ਟ੍ਰਿਵੀਅਲ ਹੋਵੇ ਤੇ ਇਹ 0 ਨਹੀਂ ਹੈ rx ਆਲਰੇਡੀ ਪੋਜ਼ਿਟਿਵ ਹੁੰਦਾ ਹੈ ਵੀ ਆਪਾਂ ਜਦੋਂ ਬਾਉਂਡਰੀ ਵੈਲਿਊ ਪ੍ਰੋਬਲਮ ਡਿਫਾਈਨ ਕਰਦੇ ਆਪਾਂ rx qx ਡਿਫਾਈਨ ਕਰਦੇ ਹਾਂ ਕਿ ਪੋਜ਼ਿਟਿਵ ਹੈ ਇਹ ਵੀ 0 ਨਹੀਂ ਹੈ ਇਹ ਵੀ 0 ਨਹੀਂ ਹੈ ਫਿਰ ਬਚਿਆ ਕੀ ਫਿਰ ਆ 0 ਹੋਊਗਾ तो ਜੇ a 0 है
ਇਹਦਾ ਮਤਲਬ ਹੋ ਜਾਏਗਾ ਲੈਮਡਾ ਇਜ਼ ਇਕੁਅਲ ਟੂ ਕੌਂਜੂਗੇਟ ਆਫ ਲੈਮਡਾ। तो अगर किसी नंबर का कॉन्जुगेट ਉਹਦੇ ਬਰਾਬਰ ਹੋਵੇ ਉਹ ਫਿਰ ਰੀਅਲ ਨੰਬਰ ਹੀ ਹੁੰਦਾ ਆ। ਜਦੋਂ ਹੁਣ ਆਇਆ ਕੰਪਲੈਕਸ ਨੰਬਰ ਇਹਦਾ ਕੌਂਜੂਗੇਟ ਕੀਤਾ ਤੇ ਮਾਈਨਸ ਆ ਗਿਆ, ਹੁਣ ਇਹ ਬਰਾਬਰ ਥੋੜੀ ਹੈ। ਕੰਪਲੈਕਸ ਨੰਬਰ 'ਚ ਕੌਂਜੂਗੇਟ ਬਰਾਬਰ ਨਹੀਂ ਹੁੰਦਾ, ਲੇਕਿਨ ਜੋ ਰੀਅਲ ਨੰਬਰ ਹੋਵੇ ਜਿੱਦਾਂ 3 ਹੈ, ਹੁਣ 3 ਦਾ ਕੌਂਜੂਗੇਟ ਕਰਾਂਗੇ ਤਾਂ 3 ਆਊਗਾ ਕਿਉਂਕਿ ਉਹ 'ਚ ਆਟਾ ਹੈ ਹੀ ਨਹੀਂ। तो ਇਸੇ ਤਰੀਕੇ ਨਾਲ ਜਿਹੜਾ ਨੰਬਰ ਰੀਅਲ ਆ ਉਹਦਾ ਕੌਂਜੂਗੇਟ ਉਹਦੇ ਬਰਾਬਰ ਹੀ ਆ ਜਾਂਦਾ ਹੁੰਦਾ। ਸੋ ਦਿਸ ਪ੍ਰੂਵਸ ਦ ਰਿਜ਼ਲਟ ਕਿ ਆਈਗਨ ਵੈਲਿਊ ਜਿਹੜੀ ਸਟਰਮ ਲੌਵਿਲ ਪ੍ਰੋਬਲਮ ਦੀ ਹਮੇਸ਼ਾ ਰੀਅਲ ਹੁੰਦੀ ਹੈ। ਹੁਣ ਦੇਖੋ ਨੈਕਸਟ ਥਿਓਰਮ ਹੈ ਆਈਗਨ ਵੈਲਿਊ ਆਫ ਸਟਰਮ ਲੌਵਿਲ ਬਾਉਂਡਰੀ ਪ੍ਰੋਬਲਮ ਆਰ ਸਿੰਪਲ। ਸਿੰਪਲ ਦਾ ਮਤਲਬ ਕੀ ਹੈ? ਸਿੰਪਲ ਦਾ ਮਤਲਬ ਇਹ ਹੈ ਕਿ ਹਰ ਇੱਕ ਆਈਗਨ ਵੈਲਿਊ ਦੇ ਕੋਰਸਪੋਂਡਿੰਗਲੀ ਇੱਕੋ ਹੀ ਆਈਗਨ ਫੰਕਸ਼ਨ ਆਏਗਾ। ਇਹ ਨਹੀਂ ਕਿ ਇੱਕ ਆਈਗਨ ਵੈਲਿਊ ਦੇ ਹਿਸਾਬ ਨਾਲ ਦੋ ਆਈਗਨ ਫੰਕਸ਼ਨ ਆ ਗਏ ਜਿਹੜੇ ਲੀਨੀਅਰ ਇੰਡੀਪੈਂਡੈਂਟ ਹੋਣ। ਠੀਕ ਹੈ, ਤਾਂ ਇੱਕ ਆਈਗਨ ਵੈਲਿਊ ਤਾਂ ਇੱਕ ਹੀ ਆਈਗਨ ਫੰਕਸ਼ਨ ਆਏਗਾ। ਸੋ ਅਸੀਂ ਸਪੋਜ਼ ਕਰ ਲੈਨੇ ਕਿ ਸਾਡੇ ਕੋਲ ਦੋ ਆਈਗਨ ਫੰਕਸ਼ਨ ਹੈ। ਲੈਟ ਇਟ ਪੋਸੀਬਲ ਕਿ φ1 ਤੇ φ2 ਇਹ ਦੋ ਲੀਨੀਅਰ ਇੰਡੀਪੈਂਡੈਂਟ ਆਈਗਨ ਫੰਕਸ਼ਨ ਹੈ ਇੱਕੋ ਹੀ ਵੈਲਿਊ ਦੇ ਅਕੋਰਡਿੰਗਲੀ, ਉਹ ਹੈਗੀ ਹੈ ਲੈਮਡਾ। ਹੁਣ ਇਹ ਕਿਉਂਕਿ ਸਟਰਮ ਲੌਵਿਲ ਬਾਉਂਡਰੀ ਵੈਲਿਊ ਪ੍ਰੋਬਲਮ ਦੇ ਲਈ ਹੀ ਹੁੰਦਾ ਆ ਲੈਮਡਾ ਤੇ ਉਹਦਾ ਸੋਲੂਸ਼ਨ, ਤਾਂ ਫਿਰ ਆਪਾਂ ਸਟਰਮ ਲੌਵਿਲ ਬਾਉਂਡਰੀ ਵੈਲਿਊ ਪ੍ਰੋਬਲਮ ਇੱਥੇ ਲਿਖ ਲੈਂਦੇ ਆ ਵਿਚ ਇਜ਼ pxy' ਹੋਲ ਡੈਸ਼ ਮਾਈਨਸ qxy ਪਲਸ ਲੈਮਡਾ rx y is equal to 0 ਅੰਡਰ these two ਕੰਡੀਸ਼ਨ। ਹੁਣ ਇਹਦੇ ਵਿੱਚ ਅਸੀਂ ਦੋ ਆਈਗਨ ਫੰਕਸ਼ਨ ਲਏ ਆ। ਆਈਗਨ ਫੰਕਸ਼ਨ ਮਤਲਬ ਸੋਲੂਸ਼ਨ ਆਫ ਦਿਸ ਪ੍ਰੋਬਲਮ। ਤੇ y ਦੀਆਂ ਦੋ ਵੈਲਿਊਜ਼ ਆ ਗਈਆਂ। ਜੋ y ਦੀ ਵੈਲਿਊ φ1 ਇੱਕ ਪਹਿਲੀ ਆਪਾਂ ਲਵਾਂਗੇ ਤਾਂ ਇਹਦੇ ਵਿੱਚ y ਦੀ ਜਗ੍ਹਾ ਤੇ ਸਾਰੇ ਚ ਆਪਾਂ φ1 ਪੁੱਟ ਕਰ ਦੇਣਾ, ਦੂਸਰੇ ਦੇ ਵਿੱਚ φ2 ਪੁੱਟ ਕਰ ਦੇਣਾ। ਤਾਂ ਆ ਜਿਹੜੀ ਬਾਉਂਡਰੀ ਕੰਡੀਸ਼ਨ ਹੈ ਇਹਨਾਂ ਦੇ ਵਿੱਚ ਪਹਿਲਾਂ φ ਪੁੱਟ ਕੀਤਾ, φ1 ਪੁੱਟ ਕੀਤਾ, ਠੀਕ ਹੈ ਆ ਗਿਆ। ਫਿਰ y ਦੀ ਜਗ੍ਹਾ ਤੇ φ2 ਪੁੱਟ ਕੀਤਾ ਤਾਂ ਆ ਇੱਕ ਕੰਡੀਸ਼ਨ ਆ ਗਈ। ਹੁਣ ਆਪਾਂ ਅਗਰ ਇਹਦੇ ਵਿੱਚ ਆ ਦੋ ਨੂੰ ਹੀ ਕੰਸੀਡਰ ਕਰਦੇ ਆ, ਠੀਕ ਹੈ, ਇਹਨੂੰ ਆਪਾਂ ਇਸ ਤਰੀਕੇ ਨਾਲ ਦੇਖਣਾ ਕਿ ਸਾਡੇ ਕੋਲ a1 a2 ਜਿਹੜੇ ਆ ਉਹ ਅਨਨੋਨ ਹੈ ਜਿਹਦਾ x y ਹੁੰਦਾ ਹੈ, ਤੇ ਜਿਹੜੇ φ1 0 ਇਹ ਤਾਂ ਸਾਨੂੰ ਦਿੱਤੀਆਂ ਹੋਣਗੀਆਂ ਵੈਲਿਊ ਨਾ, φ1 0 ਕਿੰਨਾ ਆ, φ1 ਡੈਸ਼ 0 ਕਿੰਨਾ ਆ, ਤਾਂ ਇਹ ਵੈਲਿਊ ਸਾਡੀਆਂ ਨੋਨ ਆ। ਤਾਂ ਸਾਡੇ ਕੋਲ ਇਸ ਤਰ੍ਹਾਂ ਦੀ ਇਕੁਏਸ਼ਨ ਬਣ ਜਾਣੀ ਜਿੱਦਾਂ 2x + 3y = 0, 4x - 9y, ਮੰਨ ਲਓ ਕਿ ਮੈਂ ਇਸ ਤਰੀਕੇ ਨਾਲ ਜਾਂ 8y ਲਿਖ ਲੈਂਦੇ ਆ = 0। ਇਦਾਂ ਦੀ ਇਕੁਏਸ਼ਨ ਬਣ ਜਾਣੀ ਕਿ ਆਹ ਚੀਜ਼ ਸਾਡੀ ਪਤਾ ਆ ਹੈਗੀ a1 a2 ਅਨਨੋਨ ਆ, ਠੀਕ ਹੈ x y ਦੀ ਵਾਂਗੂ। तो आ ਜਿਹੜੀ ਇਕੁਏਸ਼ਨ ਆ ਗਈ ਇਹਨੂੰ ਆਪਾਂ ਬੋਲਦੇ ਹੋਮੋਜੀਨਸ ਲੀਨੀਅਰ ਇਕੁਏਸ਼ਨ। ਤੇ ਹੋਮੋਜੀਨਸ ਲੀਨੀਅਰ ਇਕੁਏਸ਼ਨਸ ਜਿਹੜੀਆਂ ਹੁੰਦੀਆਂ ਨੇ ਉਹਨਾਂ ਦਾ ਸੋਲੂਸ਼ਨ ਤਾਂ ਹੀ ਆਂਦਾ ਹੁੰਦਾ ਆ ਅਗਰ ਇਹਨਾਂ ਦਾ ਜਿਹੜਾ ਡਿਟਰਮੀਨੈਂਟ ਹੈ ਇਹਦੇ ਕੋਐਫੀਸ਼ੀਐਂਟ ਦਾ, ਜਿੱਦਾਂ ਇਹਦੇ ਚ ਕੋਐਫੀਸ਼ੀਐਂਟ 2 ਹੈ, ਇਧਰ 3 ਹੈ, ਇਧਰ ਕੋਐਫੀਸ਼ੀਐਂਟ 4 ਹੈ ਨੀਚੇ, ਇਧਰ 8 ਹੈ, ਅਗਰ ਆ ਡਿਟਰਮੀਨੈਂਟ ਜਿਹੜਾ ਆ ਉਹ 0 ਆਵੇ, ਠੀਕ ਹੈ। ਤਾਂ ਹੋਮੋਜੀਨਸ ਲੀਨੀਅਰ ਇਕੁਏਸ਼ਨ ਹੈਜ਼ ਸੋਲੂਸ਼ਨ if this condition hold। तो इसी तरीके ਨਾਲ ਇਹਨੂੰ ਵੀ ਆਪਾਂ ਐਂ ਹੀ ਦੇਖਣਾ ਕਿ ਸਾਡੇ ਕੋਲ ਇਹ ਹੋਮੋਜੀਨਸ ਲੀਨੀਅਰ ਇਕੁਏਸ਼ਨ ਹੈ ਜਿਹਦੇ ਚ a1 a2 ਅਨਨੋਨ ਆ। ਤਾਂ ਇਹਦੇ ਚ ਆਪਾਂ ਕੀ ਕਰਾਂਗੇ ਕਿ ਇਹਦੇ ਜਿਹੜੇ ਕੋਐਫੀਸ਼ੀਐਂਟ ਆ ਚੀਜ਼ਾਂ ਜਿਹੜੀਆਂ ਨੋਨ ਹੋਣਗੀਆਂ, ਕੋਐਫੀਸ਼ੀਐਂਟ ਦਾ ਜਿਹੜਾ ਡਿਟਰਮੀਨੈਂਟ ਉਹ 0 ਆਏਗਾ। ਇਹਨੂੰ ਰੌਂਕਸਕਿਨ ਕਹਿੰਦੇ ਆ, ਹਨਾ, W ਨਾਲ ਡਿਨੋਟ ਕਰਦੇ ਆ। ਰੌਂਕਸਕਿਨ ਦਾ ਮਤਲਬ ਹੁੰਦਾ ਆ ਕਿ ਇਹਦਾ ਡਿਟਰਮੀਨੈਂਟ ਜਿਹੜਾ ਉਹ ਡਿਟਰਮੀਨੈਂਟ 0 ਹੋਣਾ ਚਾਹੀਦਾ, ਠੀਕ ਹੈ। ਹੁਣ ਜੇ ਡਿਟਰਮੀਨੈਂਟ 0 ਆ ਗਿਆ ਤਾਂ ਆਪਾਂ ਕਹਿੰਦੇ ਆ ਕਿ these are not linear independent, ਕਿਉਂਕਿ ਇਹ ਵੀ ਆਪਾਂ ਲੋਅਰ ਕਲਾਸਿਸ ਚ ਕਰਦੇ ਆ ਕਿ ਜਦੋਂ ਵੀ ਕਿਸੇ ਵੀ ਜਿਹੜੇ ਨੰਬਰਸ ਆ ਜਾਂ ਸਾਡੇ ਕੋਲ ਵੈਕਟਰਸ ਆ ਅਗਰ ਉਹਦਾ ਡਿਟਰਮੀਨੈਂਟ 0 ਆ ਜਾਵੇ ਤਾਂ ਲੀਨੀਅਰ ਇੰਡੀਪੈਂਡੈਂਟ ਨਹੀਂ ਹੁੰਦੇ, ਠੀਕ ਹੈ। तो ਇਹਦਾ ਮਤਲਬ ਕੀ ਹੋ ਗਿਆ ਕਿ ਆਪਾਂ ਤਾਂ ਸਪੋਜ਼ ਕੀਤਾ ਸੀਗਾ ਕਿ ਇਹ ਲੈਟ ਟੂ ਲੀਨੀਅਰ ਇੰਡੀਪੈਂਡੈਂਟ ਆਈਗਨ ਫੰਕਸ਼ਨ ਹੈ। ਸਾਡੇ ਕੋਲ ਕੀ ਆਇਆ, ਕੰਟਰਡਿਕਸ਼ਨ ਆ ਗਈ ਕਿ ਲੀਨੀਅਰ ਇੰਡੀਪੈਂਡੈਂਟ ਨਹੀਂ ਹੈ ਕਿਉਂਕਿ 0 ਆ ਗਿਆ। 0 ਕਿਉਂ ਆਣਾ ਚਾਹੀਦਾ? ਕਿਉਂਕਿ ਤਾਂ ਹੀ ਇਹਦਾ ਸੋਲੂਸ਼ਨ ਆਏਗਾ, a1 a2 ਦੀ ਵੈਲਿਊ ਤਾਂ ਹੀ ਆਏਗੀ ਨॉन ਜ਼ੀਰੋ, ਨਹੀਂ ਤਾਂ a1 a2 0 ਹੀ ਆ ਜਾਣਾ। ਸੋ ਦੈਟ ਇਜ਼ ਵਾਈ ਕਿ ਇਹ ਨॉन ਜ਼ੀਰੋ ਦੇ ਲਈ ਸਾਡੇ ਕੋਲ ਡਿਟਰਮੀਨੈਂਟ 0 ਹੋਣਾ ਚਾਹੀਦਾ। ਜੇ ਡਿਟਰਮੀਨੈਂਟ 0 ਹੋ ਗਿਆ ਤਾਂ ਜਿਹੜੇ ਵੈਕਟਰਸ ਆ ਆਈਗਨ ਫੰਕਸ਼ਨ ਆ ਇਹ ਨਾਟ ਲੀਨੀਅਰ ਇੰਡੀਪੈਂਡੈਂਟ ਹੈ। ਇਹਦਾ ਮਤਲਬ ਕੀ ਹੋ ਗਿਆ ਕਿ ਇੱਕ ਆਈਗਨ ਵੈਲਿਊ ਅਗਰ ਆਪਾਂ ਲੈਣੇ ਆ ਉਹਦੇ ਕੋਰਸਪੋਂਡਿੰਗਲੀ ਇੱਕੋ ਹੀ ਆਈਗਨ ਫੰਕਸ਼ਨ ਆਏਗਾ, ਦੋ ਨਹੀਂ ਆਉਂਦੇ। ਜੇ ਦੋ ਆਉਂਦੇ ਆ ਫਿਰ ਉਹ ਲੀਨੀਅਰ ਇੰਡੀਪੈਂਡੈਂਟ ਨਹੀਂ ਹੁੰਦੇ, ਫਿਰ ਉਹ ਹੁੰਦੇ ਲੀਨੀਅਰ ਡਿਪੈਂਡੈਂਟ, ਠੀਕ ਹੈ। ਯਾਦ ਰੱਖਣਾ ਕਿ ਇੱਕ ਆਈਗਨ ਵੈਲਿਊ ਦੇ ਕੋਰਸਪੋਂਡਿੰਗਲੀ ਜਿੰਨੇ ਵੀ ਆਈਗਨ ਫੰਕਸ਼ਨ ਆਣਗੇ ਦੇ ਵਿਲ ਬੀ ਲੀਨੀਅਰ ਡਿਪੈਂਡੈਂਟ। नेक्स्ट थ्योरम है ईगन फंक्शन ऑफ स्टर्म लॉवल बाउंड्री प्रॉब्लम आर रियल। पहला आप ईगन वैल्यू नु रियल प्रूव किया, हुण ईगन फंक्शन भी रियल होणगे आप इह दसना है। तो स्टर्म लॉवल बाउंड्री वैल्यू प्रॉब्लम की हुंदी है, वी नो दैट, ठीक है। ਇਹਦਾ ਆਪਾਂ ਲੈ ਲਿਆ ਆਈਗਨ ਫੰਕਸ਼ਨ φx ਤੇ ਆਈਗਨ ਵੈल्यू ਲੈ ਲਈ ਲੈਮਡਾ,
ठीक है। आइगन फंक्शन ਆਪਾਂ ਪ੍ਰੂਵ ਕਰਨਾ ਰੀਅਲ ਆ, ਆਪਾਂ ਸਪੋਜ਼ ਕਰ ਲੈਂਦੇ ਆ ਕਿ ਕੰਪਲੈਕਸ ਆ, ਕੰਪਲੈਕਸ ਫੰਕਸ਼ਨ ਆ ux plus iota into vx ਆ ਲੈ ਲਿਆ। ਹੁਣ ਕਿਉਂਕਿ φx ਕੀ ਹੁੰਦਾ ਹੈ, ਸੋਲੂਸ਼ਨ ਹੁੰਦਾ ਇਹਦਾ, ਸੋਲੂਸ਼ਨ ਮੀਨਸ y ਦੀ ਜਗ੍ਹਾ ਤੇ ਅਗਰ ਆਪਾਂ φx ਪੁੱਟ ਕਰ ਦਈਏ ਤਾਂ ਜਿਹੜੀ ਇਕੁਏਸ਼ਨ ਆ ਸੈਟੀਸਫਾਈ ਹੋਣੀ ਚਾਹੀਦੀ ਹੈ। ਤੇ ਜਿਹੜੀ ਆਹ ਸੀਗੀ ਨਾ ਬਾਉਂਡਰੀ ਵੈਲਿਊ ਪ੍ਰੋਬਲਮ ਵਿੱਚ ਸਾਰੇ ਕਿਤੇ ਜਿੱਥੇ y ਸੀਗਾ ਉਹਦੀ ਜਗ੍ਹਾ ਤੇ φx ਪੁੱਟ ਕਰਤਾ। ਹੁਣ φx ਦੀ ਵੈਲਿਊ ਵੀ ਸਾਡੇ ਕੋਲ ਹੈਗੀ ਆ, ਇਹ ਵੈਲਿਊ ਇਹ ਚ ਪੁੱਟ ਕਰ ਦੇਣੀ ਆ, ਠੀਕ ਹੈ। φx ਦੀ ਵੈਲਿਊ ਜਿੱਥੇ ਵੀ φx ਸੀਗਾ ਸਾਰੀ ਜਗ੍ਹਾ ਤੇ ਆਪਾਂ u plus iota vx ਪੁੱਟ ਕਰ ਦਿੱਤਾ। ਹੁਣ ਇਹਦੇ ਵਿੱਚ ਆ ਵਾਲੀ ਇਕੁਏਸ਼ਨ ਜੋ ਤਿੰਨ ਬਣ ਗਿਆ ਨਾ, ਇੱਕ ਤਾਂ ਜਿਹੜੀ ਡਿਫਰੈਂਸ਼ੀਅਲ ਇਕੁਏਸ਼ਨ ਹੈ, ਦੋ ਜਿਹੜੀਆਂ ਇਹਦੀ ਕੰਡੀਸ਼ਨਸ ਹੁੰਦੀਆਂ। ਕੀ ਕਰਨਾ ਆਪਾਂ, ਇਹਦੇ ਵਾਲੀਆਂ ਟਰਮਸ ਜਿਹੜੀਆਂ ਉਹ ਆ ਗਈਆਂ, ਇਹਦੇ ਚ ਦੇਖੋ ਜਿੱਦਾਂ px u' ਦਾ ਡੈਰੀਵੇਟਿਵ ਇੱਧਰ ਆ ਜਾਣਾ, ਫਿਰ -qx ux ਜਿਹੜੇ ਰੀਅਲ ਪਾਰਟ ਹੈ ਜਿਹ ਚ ਇਓਟਾ ਨਹੀਂ ਆਂਦਾ ਉਹ ਆ ਬਣ ਗਿਆ। ਇਹਦੇ ਵਿੱਚ ਵੀ ਦੇਖੋ ਇਓਟਾ ਵਾਲੀਆਂ ਛੱਡ ਦੇਣੀਆਂ, ਬਾਕੀ ਜਿਹੜੀਆਂ ਟਰਮਸ ਆ ਉਹਨੂੰ ਇਕੁਅਲ ਟੂ 0 ਕਰਕੇ ਸਾਡੇ ਕੋਲ ਰੀਅਲ ਪਾਰਟ ਦੇ ਨਾਲ ਆ ਇੱਕ ਕੰਡੀਸ਼ਨ ਬਣ ਗਈ। ਜੇ ਆਪਾਂ ਇਹਨੂੰ ਧਿਆਨ ਨਾਲ ਦੇਖੀਏ ਤਾਂ ਇਹ ਸਟਰਮ ਲੌਬਲ ਬਾਉਂਡਰੀ ਵੈਲਿਊ ਪ੍ਰੋਬਲਮ ਹੀ ਆ, ਜਿਹਦੇ ਵਿੱਚ ਆਪਾਂ y ਦੀ ਜਗ੍ਹਾ ਤੇ ux ਪੁੱਟ ਕੀਤਾ ਹੋਇਆ, ਜਿੱਥੇ y ਆਂਦਾ ਸੀ ਨਾ ਉੱਥੇ ux ਆ ਗਿਆ ਸਾਡੇ ਕੋਲ। ਇਹਦਾ ਮਤਲਬ ਕੀ ਹੋ ਗਿਆ ਕਿ ux ਕੀ ਹੈ, ਇਹਦਾ ਆਈਗਨ ਫੰਕਸ਼ਨ ਹੈ, ਇਹਦਾ ਸੋਲੂਸ਼ਨ ਹੈ, ਠੀਕ ਹੈ। ਫॉर ਕਿਹੜੀ ਵੈਲਿਊ ਦੇ ਲਈ, ਲੈਮਡਾ ਦੇ ਲਈ, ਕਿਉਂਕਿ ਇੱਥੇ ਲੈਮਡਾ ਆ ਰਿਹਾ ਤਾਂ ਲੈਮਡਾ ਦੇ ਲਈ ux ਜਿਹੜਾ ਹੈ ਉਹ ਆਈਗਨ ਫੰਕਸ਼ਨ ਆ ਗਿਆ। ਐਦੀ ਜਦੋਂ ਤਾਂ ਸਾਡੀ ਵੈਲਿਊ ਦਾ ਸੋਲੂਸ਼ਨ ਆ ਜਾਂਦਾ, ਮਤਲਬ y ਦੀ ਜਗ੍ਹਾ ਤੇ vx ਆ ਗਿਆ ਤਾਂ ਇਹ ਇਹਦਾ ਹੋ ਗਿਆ ਆਈਗਨ ਫੰਕਸ਼ਨ ਕਿਹਦੇ ਲਈ, ਫॉर ਲੈਮਡਾ, ਠੀਕ ਹੈ। ਲੈਮਡਾ ਉਹੀ ਹੈ, ਸੇਮ ਹੀ ਰਿਹਾ, ਤੇ ਹੁਣ y ਦੀ ਜਗ੍ਹਾ ਤੇ vx ਆ ਗਿਆ। ਇਹਦਾ ਮਤਲਬ ux ਤੇ vx ਦੋਨੋਂ ਹੀ ਸੋਲੂਸ਼ਨ ਆ ਇਸ ਪ੍ਰੋਬਲਮ ਦੇ, ਔਰ ਵੈਲਿਊ ਕਿਹੜੀ ਹੈ, ਸੇਮ ਆਈਗਨ ਵੈਲਿਊ ਆ। ਤੇ ਹੁਣੇ ਆਪਾਂ ਕਰਕੇ ਹਟਿਆ ਕਿ ਇੱਕ ਆਈਗਨ ਵੈਲਿਊ ਦੇ ਕੋਰਸਪੋਂਡਿੰਗਲੀ ਅਗਰ ਦੋ ਸੋਲੂਸ਼ਨ ਹੋਣ ਤਾਂ ਦੋਨੋਂ ਲੀਨੀਅਰ ਡਿਪੈਂਡੈਂਟ ਹੁੰਦੇ ਆ। ਲੀਨੀਅਰ ਡਿਪੈਂਡੈਂਟ ਮਤਲਬ ਇੱਕ ਦੂਜੇ ਦਾ ਮਲਟੀਪਲ, ਜਿੱਦਾਂ ਇੱਥੇ ਮੈਂ ਲਿਖਿਆ ਕਿ ux ਜਿਹੜਾ vx ਦਾ ਕੁਝ ਮਲਟੀਪਲ ਹੋਗਾ, ਸਕੇਲਰ ਕਾਂਸਟੈਂਟ ਹੈ, ਸਕੇਲਰ ਜਾਂ ਕਾਂਸਟੈਂਟ। ਸੋ φx ਕੀ ਆ ਗਿਆ, ਜਦੋਂ ਆਪਾਂ ux ਦੀ ਜਗ੍ਹਾ ਤੇ mvx ਤੇ vx ਦਾ vx ਹੈ ਹੀ ਲਿਖ ਲਾਂਗੇ ਤਾਂ vx ਕਾਮਨ ਆ ਗਿਆ ਤਾਂ m plus iota into vx ਆ ਗਿਆ। ਤਾਂ vx ਦਾ ਰੀਅਲ ਹੀ ਲਿਆ ਸੀ ਆਪਾਂ, ux ਤੇ vx ਰੀਅਲ ਫੰਕਸ਼ਨ ਸੀ, ਤੇ vx ਦਾ ਮਲਟੀਪਲ ਜਿਹੜਾ ਆ ਉਹ ਤੁਹਾਡਾ ਕੰਪਲੈਕਸ ਹੋ ਸਕਦਾ ਹੈ। ਤਾਂ φx ਕੀ ਹੈ, ਇੱਕ ਰੀਅਲ ਫੰਕਸ਼ਨ ਹੈ ਬਿਕੋਜ਼ ਇਟ ਇਜ਼ ਇਕੁਅਲ ਟੂ ਦੀ ਸਮ scalar multiple of a real function, तो φx is real।